हाँ जी, ਸਾਰੇ ਹੀ ਐਸਸੀ ਬੀਸੀ ਸਾਬਕਾ ਫੌਜੀ ਤੇ ਵਿਕਲਾਂਗ ਅੰਗਹੀਣ ਤੇ ਨਾਲ ਹੀ ਸਾਰੇ ਪੰਜਾਬੀ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ ਰਿਸ਼ਪਾਲ ਸਿੰਘ ਗਾਲਬ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਸਤਿਕਾਰਯੋਗ ਸਾਥੀਓ, ਅਸੀਂ ਸਾਰੇ ਲੋਕਾਂ ਨੇ, ਵੈਸੇ ਮੈਂ ਨਹੀਂ ਉਹਦੇ ਵਿੱਚ ਸ਼ਾਮਲ, ਅਸੀਂ ਸਾਰੇ ਲੋਕਾਂ ਨੇ 2022 ਦੇ ਵਿੱਚ ਦਿੱਲੀ ਦੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ, ਜਿਹਨੂੰ ਆਪਾਂ ਝਾੜੂ ਪਾਰਟੀ ਕਹਿੰਦੇ ਹਾਂ, ਝਾੜੂ ਪਾਰਟੀ ਨੂੰ ਵੱਡੇ ਪੱਧਰ ਤੇ ਵੋਟਾਂ ਪਾ ਕੇ ਪੰਜਾਬ ਦੀ ਸੱਤਾ ਦੇ ਉੱਪਰ ਕਾਬਜ਼ ਕਰਾਇਆ। ਪਰ ਉਹ ਪਾਰਟੀ ਪੰਜਾਬ ਦੇ ਉਹਨਾਂ ਲੋਕਾਂ ਦੀ, ਜਿਹੜੇ ਲੋਕਾਂ ਨੇ ਉਹਨੂੰ ਵੱਡੀ ਪੱਧਰ ਤੇ ਵੋਟਾਂ ਪਾਈਆਂ ਤੇ ਬਦਲਾਅ ਦਾ ਇੱਕ ਸੁਪਨਾ ਦੇਖਿਆ, ਉਹਨਾਂ ਲੋਕਾਂ ਦੀ ਤਰੱਕੀ ਦੇ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਰਿਹਾ ਔਰ ਬਹੁਤ ਹੀ ਚੁਸਤ ਤਰੀਕੇ ਦੇ ਨਾਲ ਪਾ ਰਿਹਾ। ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ ਕਿ ਉਹਦੇ ਕੀਤੇ ਹੋਏ ਇਨ੍ਹਾਂ ਕੰਮਾਂ ਦੀ ਮੁਖਾਲਫਤ ਕਰਨ ਦੀ ਬਜਾਏ ਸਾਡੇ ਹੀ ਸਮਾਜ ਦੇ, ਸਾਡੇ ਹੀ ਲਾਣੇ ਦੇ ਕੁਝ ਕੁ ਲੋਕ, ਜਿਨ੍ਹਾਂ ਨੂੰ ਮੈਂ ਮੰਦਬੁੱਧੀ ਲੋਕ ਕਹਿੰਦਾ, ਉਹਨਾਂ ਦੀਆਂ ਕੀਤੀਆਂ ਹੋਈਆਂ ਇਹਨਾਂ ਵਧੀਕੀਆਂ ਤੇ ਜੜ੍ਹਾਂ 'ਚ ਪਾਏ ਹੋਏ ਤੇਲ ਨੂੰ ਦੀ ਵਿਰੋਧਤਾ ਕਰਨ ਦੀ ਬਜਾਏ ਉਹ ਲੋਕ ਉਹਨਾਂ ਨੂੰ ਡਿਫੈਂਡ ਕਰਦੇ ਆ, ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ, ਇੱਧਰ ਉੱਧਰ ਲਗਾ ਉਜੜੀਆਂ ਖੱਡਾਂ 'ਚ ਹੱਥ ਪਾ ਕੇ। ਸੋ ਸਾਥੀਓ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਹਿਲਾਂ 178 ਲਾਭ ਅਫਸਰਾਂ ਦੀਆਂ ਪੋਸਟਾਂ ਨਿਕਲੀਆਂ। ਉਹਦੇ ਵਿੱਚ ਜਦੋਂ SC/ST ਕਮਿਸ਼ਨ ਨੇ ਇਹਨਾਂ ਤੋਂ ਜਵਾਬ ਮੰਗਿਆ ਤਾਂ ਇਹ ਹਾਈ ਕੋਰਟ, ਮਾਨਯੋਗ ਹਾਈ ਕੋਰਟ ਦੇ ਵਿੱਚ ਚਲੇ ਗਏ। ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜਾ ਇਹਨਾਂ ਨੇ ਸ਼ਰਮਨਾਕ, ਅਤ ਸ਼ਰਮਨਾਕ ਬਿਆਨ ਦਿੱਤਾ ਕਿ ਇਹਨਾਂ ਲੋਕਾਂ ਦੇ ਵਿੱਚ ਕਾਰਜਕੁਸ਼ਲਤਾ ਨਹੀਂ ਹੁੰਦੀ, ਭਾਵ ਕਿ ਅਸੀਂ ਇਹਨਾਂ ਲੋਕਾਂ ਨੂੰ ਇਸ ਵੱਡੇ ਲੈਵਲ ਦੀ, ਜਦੋਂ ਕੋਈ ਵੱਡਾ ਬੁੱਢਾ ਲੈਵਲ ਨਹੀਂ ਹੈਗਾ, ਇੱਕ ਲਾਅ ਅਫਸਰ ਆ, LLB ਆ ਤੇ ਵੱਧ ਤੋਂ ਵੱਧ LLM ਕੀਤੀ ਹੋਊਗੀ, ਇਦੋਂ ਤਾਂ ਵੱਡੀ ਕੋਈ ਹੈ ਨਹੀਂ ਉਹ ਪੋਸਟ, ਵੀ ਇਹਨਾਂ ਲੋਕਾਂ ਦੀ ਕਾਰਜਕੁਸ਼ਲਤਾ ਦੇ ਵਿੱਚ ਘਾਟ ਆ। ਕਿੱਡਾ ਸ਼ਰਮਨਾਕ ਬਿਆਨ। ਤੇ ਫਿਰ ਇਹ ਦੂਜੇ ਲੋਕ, ਸਾਡੇ ਜਿਹੜੇ ਮੰਦਬੁੱਧੀ ਲੋਕ ਆ, ਉਹਨੂੰ ਡਿਫੈਂਡ ਕਰਦੇ ਆ। ਉਸ ਤੋਂ ਬਾਅਦ 6635 ਜਿਹੜੀਆਂ ATT ਦੀਆਂ ਪੋਸਟਾਂ ਨਿਕਲੀਆਂ, ਉਹਦੇ ਵਿੱਚ ਵੀ ਇਹਨਾਂ ਨੇ ਰਿਜ਼ਰਵੇਸ਼ਨ ਦਾ, ਮੇਰੇ ਮੁਤਾਬਕ, ਤੇ ਜਿਹੜੀਆਂ ਮੀਡੀਆ ਰਿਪੋਰਟ ਮੈਂ ਸੋਸ਼ਲ ਮੀਡੀਆ 'ਤੇ ਦੇਖੀਆਂ, ਉਹਦੇ ਮੁਤਾਬਕ ਇਹਨਾਂ ਨੇ ਰਿਜ਼ਰਵੇਸ਼ਨ ਦਾ ਘਾਣ ਕੀਤਾ। ਤੀਜੇ ਨੰਬਰ 'ਤੇ 533 ਪੋਸਟਾਂ ਇਹਨਾਂ ਨੇ ਮੁਹੱਲਾ ਕਲੀਨਿਕ ਦੇ ਲਈ ਕੱਢੀਆਂ, ਜਿਹਦੇ ਵਿੱਚ ਡਾਕਟਰ ਆ, ਫਾਰਮਾਸਿਸਟ ਆ, ਨਰਸਿਸ ਆ, ਕਲੈਰੀਕਲ ਸਟਾਫ। ਉਹਦੇ ਵਿੱਚ ਵੀ ਇਹਨਾਂ ਨੇ ਰਿਜ਼ਰਵੇਸ਼ਨ ਨੂੰ ਪੂਰੀ ਤਰੀਕੇ ਦੇ ਨਾਲ ਨਕਾਰਿਆ। ਤੇ ਇਸ ਦੀ ਜਿਹੜੀ ਵਿਰੋਧਤਾ ਹੈ, ਸਾਰੇ ਜਿਹੜੇ ਬੁੱਧੀਜੀਵੀ ਲੋਕ ਨੇ, ਜਿਹੜੇ ਸਮਝਦੇ ਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਬੜੀ ਜੱਦੋ-ਜਹਿਦ ਦੇ ਨਾਲ ਸਾਨੂੰ ਇਹ ਅਧਿਕਾਰ ਲੈ ਕੇ ਦਿੱਤੇ ਆ, ਤੇ ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਇਸ ਕਾਫਲੇ ਨੂੰ ਇੱਥੇ ਨਹੀਂ ਰੋਕ ਸਕਦੇ ਤਾਂ ਕਮ ਸੇ ਕਮ ਪਿੱਛੇ ਨਾ ਜਾਣ ਦਿਓ। ਤਾਂ ਉਹ ਲੋਕ ਲੱਗੇ ਹੋਏ ਆ। ਤੇ ਪਰ ਮੇਰੀ ਬੇਨਤੀ ਹੈ ਉਹਨਾਂ ਲੋਕਾਂ ਨੂੰ ਵੀ ਜਿਸ ਤਰੀਕੇ ਨਾਲ ਤੁਸੀਂ ਲੱਗੇ ਹੋਏ ਹੋ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ, ਉਸ ਤਰੀਕੇ ਦੇ ਨਾਲ ਤੁਸੀਂ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਦੂਜੇ ਪਾਸੇ RSS ਦਾ ਟ੍ਰੇਨਡ ਮਾਈਂਡਡ ਬੰਦਾ ਅਰਵਿੰਦ ਕੇਜਰੀਵਾਲ, ਜਿਹਨੇ ਤੁਹਾਡੇ ਪੈਰ ਨਹੀਂ ਲੱਗਣ ਦੇਣੇ। ਹੁਣ ਆਪਾਂ ਦੇਖਦੇ ਹਾਂ, ਸਾਡੇ ਬਹੁਤ ਹੀ ਸਤਿਕਾਰਯੋਗ ਵੀਰ, ਜਿਨ੍ਹਾਂ ਦੀ ਅਸੀਂ ਬੜੀ ਰਿਸਪੈਕਟ ਕਰਦੇ ਹਾਂ, ਡਾਕਟਰ ਜਤਿੰਦਰ ਮੱਟੂ ਜੀ, ਉਹ ਲੱਗੇ ਹੋਏ ਨੇ। ਆਪਣੇ ਰਾਜਿਆਣਾ ਵੀਰ ਸਾਹਿਬ, ਉਹ ਕਹਿੰਦੇ ਵੀ ਉਹ ਜਿਹੜਾ ਮਰਨ ਵਰਤ 'ਤੇ ਬੈਠਣਗੇ, ਉਹ ਲੱਗੇ ਹੋਏ ਨੇ।
DPI ਪਾਰਟੀ ਵਾਲੇ, ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਵਾਲੇ, ਠੀਕ ਆ, ਪਰਸ਼ੋਤਮ ਲਾਲ ਚੱਢਾ ਜੀ ਦੀ ਪਾਰਟੀ ਵਾਲੇ, ਉਹ ਅਲੱਗ ਆਪਣਾ ਜਿਹੜਾ ਹੈਗਾ ਮੰਗ ਪੱਤਰ ਦੇ ਰਹੇ ਨੇ। ਸੋ ਸਤਿਕਾਰਯੋਗ ਵੀਰੋ, ਇਹੀ ਤਾਂ ਇਹ ਸਰਕਾਰਾਂ ਤੇ ਇਹ ਜਿਹੜਾ ਮਨੂਵਾਦੀ ਸਿਸਟਮ ਆ, ਇਹੀ ਤਾਂ ਇਹ ਚਾਹੁੰਦਾ ਵੀ ਇਹ ਪੱਟ ਹੀ ਰਹਿਣ, ਪਾਟ ਕੇ ਤੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੋਣੀ ਤੇ ਲੱਗੇ ਰਹਿਣਗੇ। ਸੋ ਮੇਰੀ ਬੇਨਤੀ ਆ ਸਤਿਕਾਰਯੋਗ ਵੀਰੋ ਤੁਹਾਨੂੰ ਸਾਰਿਆਂ ਨੂੰ, ਜਿਨ੍ਹਾਂ ਨੇ SC ਸਮਾਜ ਦੇ ਨਾਂ ਤੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਨਾਂ ਤੇ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ, ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ, ਕਬੀਰ ਸਾਹਿਬ ਦੇ ਨਾਮ ਤੇ, ਮਹਾਤਮਾ ਜੋਤੀਬਾ ਫੂਲੇ ਜੀ ਮਹਾਰਾਜ ਦੇ ਨਾਮ ਤੇ, ਜਿੰਨੇ ਵੀ ਸਾਡੇ ਬਹੁਜਨ ਮੂਵਮੈਂਟ ਦੇ ਮਹਾਂਪੁਰਸ਼ ਹੋਏ ਆ, ਜਿਨ੍ਹਾਂ ਨੇ ਵੀ ਇਹਨਾਂ ਦੇ ਨਾਮਾਂ ਤੇ ਸੰਗਠਨ, ਕਮੇਟੀਆਂ, ਯੂਨੀਅਨਾਂ ਜਾਂ ਕੋਈ ਹੋਰ ਪਾਰਟੀਆਂ ਵਗੈਰਾ ਬਣਾਈਆਂ, ਉਹਨਾਂ ਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਸਤਿਕਾਰਯੋਗ ਵੀਰੋ, ਇੱਕ ਮੰਚ ਤੇ ਇਕੱਠੇ ਹੋ। ਜੇਕਰ ਅੱਜ ਨਾ ਤੁਸੀਂ ਇੱਕ ਮੰਚ ਤੇ ਇਕੱਠੇ ਹੋਏ ਤਾਂ ਫਿਰ ਕਦੋਂ ਇਕੱਠੇ ਹੋਵੋਗੇ? ਅੱਜ ਤਾਂ ਤੁਹਾਡੇ ਜਿਹੜੇ ਹੱਕਾਂ ਦੇ ਉੱਪਰ ਪੂਰਨ ਡਾਕਾ ਪਿਆ। ਮਤਲਬ ਜਦੋਂ ਤੁਹਾਡੀ ਰਿਜ਼ਰਵੇਸ਼ਨ ਹੀ ਖੋਲੀ ਤਾਂ ਫਿਰ ਤੁਹਾਡੇ ਪੱਲੇ ਕੀ ਹੈ? ਆਪਣੀ ਆਪਣੀ ਡਬਲੀ ਵਜਾਉਂਦੇ ਰਹੋਗੇ ਤਾਂ ਕਿਹਨੇ ਤੁਹਾਨੂੰ ਪੁੱਛਣਾ? ਉਹ ਤਾਂ ਆਪਣੀ ਪੂਰੀ ਲਾ ਕੇ ਬਾਹ ਤੇ ਬੈਠ ਜਾਣਗੇ। ਉਹਨਾਂ ਨੂੰ ਪਤਾ ਵੀ ਇਹਦਾ ਲੀਰਾਂ ਜਦੋਂ ਮਰਜ਼ੀ ਇਹਨਾਂ ਨੂੰ ਇੱਥੋਂ ਅਖਾੜ ਦਿਓ। ਪਰ ਜੇਕਰ ਤੁਸੀਂ ਏਕਤਾ ਦੇ ਵਿੱਚ ਵੱਜੋਗੇ, ਏਕਤਾ ਦੇ ਵਿੱਚ ਵੱਜ ਕੇ ਪ੍ਰਦਰਸ਼ਨ ਕਰੋਗੇ, ਸੰਘਰਸ਼ ਕਰੋਗੇ, ਤਾਂ ਫਿਰ ਕੋਈ ਮਾਈ ਦਾ ਲਾਲ ਨਹੀਂ ਜਿਹੜੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਦਿੱਤੇ ਹੋਏ ਹੱਕਾਂ ਨੂੰ ਸਾਥੋਂ ਖੋ ਸਕੇ। ਹੁਣ ਹਰ ਇੱਕ ਬੰਦਾ ਕਹਿ ਦਿੰਦਾ ਵੀ ਅਸੀਂ ਤਾਂ ਜੀ ਤਿਆਰ ਹਾਂ ਏਕਤਾ ਦੇ ਲਈ ਤੇ ਦੂਜੇ ਨਹੀਂ ਤਿਆਰ। ਬਈ ਸਤਿਕਾਰਯੋਗ ਸਾਥੀਓ, ਤੁਸੀਂ ਇਹ ਦੇਖੋ ਵੀ ਜਿਹੜੇ ਸਾਥੀ ਇਹ ਗੱਲ ਕਹਿੰਦੇ ਵੀ ਭਾਈ ਤੁਹਾਡਾ ਕਿੰਨਾ ਕੁ ਆਧਾਰ ਆ, ਅੱਜ ਦੀ ਡੇਟ ਦੇ ਵਿੱਚ ਜੇਕਰ ਅਸੀਂ ਦੇਖਦੇ ਹਾਂ ਤਾਂ ਸਮੁੱਚੇ ਭਾਰਤ ਦੇਸ਼ ਦੇ ਵਿੱਚ ਬਹੁਜਨ ਸਮਾਜ ਪਾਰਟੀ ਹੀ ਇੱਕੋ ਇੱਕ ਐਸਾ ਮੰਚ ਆ ਜਿਹਦਾ ਮਜ਼ਬੂਤ ਆਧਾਰ ਆ, ਜਿਹਦੇ ਮਜ਼ਬੂਤ ਆਧਾਰ ਤੋਂ ਪ੍ਰਸ਼ਾਸਨਿਕ ਢਾਂਚਾ ਤੇ ਸਰਕਾਰਾਂ ਡਰਦੀਆਂ ਨੇ। ਸਤਿਕਾਰਯੋਗ ਸਾਥੀਓ, ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਜੁਆਇਨ ਕਰ ਲਓ। ਚਾਹੀਦਾ ਤਾਂ ਇਹ ਆ ਵੀ ਸਾਨੂੰ ਇਕੱਠੇ ਹੋ ਕੇ ਰਾਜ ਲੈਣਾ ਚਾਹੀਦਾ ਬਹੁਜਨ ਸਮਾਜ ਪਾਰਟੀ ਨੂੰ ਜੁਆਇਨ ਕਰਕੇ, ਕਿਉਂਕਿ ਇਦੋਂ ਵੱਡਾ ਸਾਡੇ ਕੋਲੇ ਕੋਈ ਰਾਜਨੀਤਿਕ ਮੰਚ ਨਹੀਂ। ਪਰ ਮੈਂ ਫਿਰ ਵੀ ਕਹਿਣਾ ਵੀ ਜੇਕਰ ਤੁਸੀਂ ਅਜਿਹਾ ਨਹੀਂ ਕਰਨਾ ਤਾਂ ਕਮ ਸੇ ਕਮ ਇਸ ਮੁੱਦੇ ਦੇ ਉੱਪਰ ਤਾਂ ਬਹੁਜਨ ਸਮਾਜ ਪਾਰਟੀ ਨੂੰ ਕਹੋ ਕਿ ਭਾਈ ਤੁਸੀਂ ਅਗਵਾਈ ਕਰੋ, ਅਸੀਂ ਤੁਹਾਡੇ ਨਾਲ ਆ, ਤੁਹਾਡੀ ਅਗਵਾਈ ਦੇ ਵਿੱਚ ਇਹ ਸੰਘਰਸ਼ ਨੂੰ ਅਸੀਂ ਲੜਾਂਗੇ। ਜੇਕਰ ਤੁਸੀਂ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਦੇ ਵਿੱਚ ਇਸ ਸੰਘਰਸ਼ ਨੂੰ ਲੜੋਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ, ਐਫੀਡੇਵਿਟ ਲਿਖ ਕੇ ਦੇ ਸਕਦਾ ਕਿ ਤੁਸੀਂ 100% ਸਫਲਤਾ ਹਾਸਲ ਕਰੋਗੇ। ਨਹੀਂ ਤਾਂ ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਆਪਣਾ ਫਰਜ਼ ਨਿਭਾ ਰਹੀ ਆ। 15 ਤਰੀਕ ਨੂੰ ਉਹ ਜ਼ਿਲ੍ਹਾ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਰਾਜਪਾਲ ਦੇ ਨਾਮ ਤੇ ਹਰ ਹੈੱਡਕੁਆਟਰ ਤੇ ਆਪਣੇ ਜਿਹੜੇ ਮੰਗ ਪੱਤਰ ਦੇ ਰਹੀ ਆ ਇਸ ਪੰਜਾਬ ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਦੇ ਵਿਰੁੱਧ। ਪਰ ਜਿਹੜੇ ਸਾਥੀ ਛੋਟੇ ਛੋਟੇ ਸੰਗਠਨ ਬਣਾ ਕੇ ਆਪਣੇ ਤੌਰ ਤੇ ਅਜਿਹਾ ਜਿਹੜਾ ਕਰਨਾ ਚਾਹੁੰਦੇ ਆ, ਉਹਨਾਂ ਸਾਥੀਆਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਆ ਵੀ ਕਿਰਪਾ ਕਰਕੇ ਇਸ ਮੁੱਦੇ ਤੇ ਤਾਂ ਲਗਭਗ ਇਕੱਠੇ ਹੋ ਜਾਓ। ਬਾਕੀ ਸਾਬਕਾ ਫੌਜੀਆਂ ਦੀਆਂ ਜਿੰਨੀਆਂ ਵੀ ਐਕਸ-ਸਰਵਿਸਮੈਨ ਯੂਨੀਅਨਾਂ ਬਣੀਆਂ ਹੋਈਆਂ, ਉਹਨਾਂ ਨੂੰ ਮੇਰੀ ਬੇਨਤੀ ਆ ਵੀ ਕਿਰਪਾ ਕਰਕੇ ਇਸ ਮੁੱਦੇ ਨੂੰ ਸੀਰੀਅਸਲੀ ਲਓ, ਕਿਉਂਕਿ ਜੇਕਰ ਸਾਬਕਾ ਫੌਜੀਆਂ ਦੀਆਂ ਇਹਨਾਂ ਕੋਈ ਵੀ ਕਿਸੇ ਵੀ ਮਹਿਕਮੇ ਦੇ ਵਿੱਚ ਪੋਸਟਾਂ ਨਿਕਲਦੀਆਂ, ਜੇਕਰ ਰਿਜ਼ਰਵੇਸ਼ਨ ਖਤਮ ਹੁੰਦੀ ਆ ਤਾਂ ਜਿਹੜੀਆਂ ਤੁਹਾਡੀਆਂ ਮਤਲਬ ਜਿਹੜੇ ਬੰਦੇ ਆਣ ਕੇ ਵੱਖ-ਵੱਖ ਪੋਸਟਾਂ ਤੇ ਲੱਗਦੇ ਆ ਉਹ ਭੁੱਲ ਜਾਓ। ਵਿਕਲਾਂਗ ਲੋਕਾਂ ਨੂੰ ਮੇਰੀ ਬੇਨਤੀ ਹੈ, ਜਿਹੜੇ ਅੰਗਹੀਨ ਲੋਕ ਆ, ਵੀ ਤੁਸੀਂ ਵੀ ਉੱਠੋ,
ਨਹੀਂ ਤਾਂ ਤੁਹਾਨੂੰ ਜਿਹੜੀ ਮਾੜੀ ਮੋਟੀ ਰਿਜ਼ਰਵੇਸ਼ਨ ਮਿਲਦੀ ਹੈ, ਜਿਹਨੂੰ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਬਾਰ-ਬਾਰ ਕਹਿ ਰਹੀ ਆ ਕਿ ਇਹਨਾਂ ਦੀਆਂ ਪੋਸਟਾਂ ਭਰੋ, ਤਾਂ ਉਹ ਕਦੇ ਵੀ ਨਹੀਂ ਭਰਨਗੇ। ਸੋ ਮੇਰੀ ਬੇਨਤੀ ਆ, ਕਿਉਂਕਿ ਵੀਡੀਓ ਲੰਮੀ ਹੋਊਗੀ, SC BC ਸਮਾਜ ਦੀਆਂ, ਖਾਸ ਤੌਰ ਤੇ SC ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਬੜੀਆਂ, ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਬਣੀਆਂ ਹੋਈਆਂ, ਰਾਜਨੀਤਿਕ ਤੇ ਗੈਰ ਰਾਜਨੀਤਿਕ। ਉਹਨਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਏਕਤਾ ਕਰੋ, ਔਰ ਏਕਤਾ ਦੇ ਵਿੱਚ ਸਭ ਤੋਂ ਜਿਹੜਾ ਤੁਹਾਡਾ ਵੱਡਾ ਭਰਾ ਹੈ, ਤੁਹਾਡਾ ਵੱਡਾ ਮੰਚ ਆ, ਉਹ ਬਹੁਜਨ ਸਮਾਜ ਪਾਰਟੀ ਹੈ। ਇਸ ਚੀਜ਼ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਆਪਾਂ ਕਹਿ ਲਓ। ਉਸ ਦੇ ਨਾਲ ਮਿਲ ਕੇ ਗੱਲਬਾਤ ਕਰਕੇ ਸਾਰੇ ਇਕੱਠੇ ਹੋ ਕੇ ਏਕਤਾ ਦੇ ਵਿੱਚ ਸੰਘਰਸ਼ ਕਰੋ, ਤੁਹਾਡੀ ਜਿੱਤ ਹੋਵੇਗੀ। ਇਹ ਕੁਛ ਨਹੀਂ ਕਰ ਸਕਦਾ ਜੇਕਰ ਤੁਸੀਂ ਏਕਤਾ ਕਰਕੇ ਸੰਘਰਸ਼ ਕਰੋਗੇ। ਜੇਕਰ ਤੁਸੀਂ ਇਕੱਲੇ ਸੰਘਰਸ਼ ਕਰੋਗੇ, ਹੋਣਾ ਵੀ ਤੁਹਾਡਾ ਫਾਇਦਾ ਕੁਛ ਨਹੀਂ, ਤੁਹਾਨੂੰ ਕੁੱਟਿਆ ਵੀ ਜਾਊ, ਲੁੱਟਿਆ ਵੀ ਜਾਊ, ਤੁਹਾਨੂੰ ਬੇਇੱਜ਼ਤ ਵੀ ਕੀਤਾ ਜਾਊਗਾ ਇਹਨਾਂ ਲੋਕਾਂ ਵੱਲੋਂ, ਤੇ ਲੋਕ ਵੀ ਤੁਹਾਨੂੰ ਸਵੀਕਾਰ ਨਹੀਂ ਕਰਨਗੇ। ਸੋ ਸਾਰੇ ਏਕਾ ਕਰੋ ਸਤਿਕਾਰਯੋਗ ਵੀਰੋ। ਮੇਰੀ ਜਿੰਨੀਆਂ ਵੀ SC BC ਸਮਾਜ ਦੀਆਂ ਜਥੇਬੰਦੀਆਂ ਬਣੀਆਂ, ਉਹਨਾਂ ਨੂੰ ਅਪੀਲ ਆ ਕਿ ਏਕਤਾ ਕਰਕੇ ਸੰਘਰਸ਼ ਲੜੋ। ਇਹ ਇੱਕ ਵੱਡਾ ਸੰਕਟ ਆ ਜਿਹੜਾ ਇਹ ਝਾੜੂ ਵਾਲਿਆਂ ਨੇ ਸਾਡੇ ਤੇ ਪਾਇਆ ਹੈ। ਇਸ ਸੰਕਟ ਦੇ ਵਿੱਚੋਂ ਨਿਕਲਣ ਦੇ ਲਈ ਸਾਨੂੰ ਸਾਡੀ ਏਕਤਾ ਕਰਨੀ ਬਹੁਤ ਜ਼ਰੂਰੀ ਹੈ। ਏਕਤਾ ਕਰਕੇ ਸੰਘਰਸ਼ ਜਦੋਂ ਅਸੀਂ ਕਰਾਂਗੇ ਤਾਂ ਅਸੀਂ 100% ਜਿੱਤ ਹਾਸਲ ਕਰਾਂਗੇ। ਇਸੇ ਬੇਨਤੀ ਨਾਲ ਤੁਹਾਡੇ ਤੋਂ ਰਜਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ।